ਕੇ ਜਾ ਕਰ ਜਾਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਸੋ ਨਿਹਾਲ ਹੋ ਜਾਵੇ। ਸੋ ਇਸ ਕਰਕੇ ਆਪਾਂ ਇਹ ਗੱਲ ਦਾ ਬਹੁਤ ਧਿਆਨ ਰੱਖਣਾ ਸਾਰਿਆਂ ਨੇ। ਕਹਿੰਦੇ ਭਾਈ ਬਚਿੱਤਰ ਸਿੰਘ ਨੇ ਬਰਛੀ ਨਹੀਂ ਮਾਰੀ। ਉਹ ਬਚਿੱਤਰ ਸਿੰਘ ਦਾ ਫੇਰ ਵੀ ਕਿੰਨੇ ਕਿਲੋ ਹੋਣਾ ਭਾਰ, 4.5 ਫੁੱਟ ਕੱਦ। ਇੱਥੇ ਤਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ, ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਨਿੱਕੀ ਕੀੜੀ ਮੈਂ ਕੱਲ ਰੱਖਾ। ਇੱਕ ਨਿੱਕੀ ਜੀ ਕੀੜੀ ਵਿੱਚ ਤਾਕਤ ਰੱਖ ਦੇਣ, ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਕਰੋੜਾਂ ਲੱਖਾਂ ਫੌਜਾਂ ਨੂੰ ਇੱਕ ਕੀੜੀ ਹੀ ਨਾਸ ਕਰਨ ਨੂੰ ਸਮਰੱਥ ਹੈ। ਤਾਂ ਭਾਈ ਬਚਿੱਤਰ ਸਿੰਘ ਤਾਂ ਫੇਰ ਏਡੇ ਵੱਡੇ ਕੱਦ ਦੇ ਸੀਗੇ, ਕਿਸੇ ਵਿੱਚ ਵੀ ਤਾਕਤ ਰੱਖ ਦੇਣ। ਮਹਾਰਾਜ ਨੇ 8ਵੇਂ ਪਾਤਸ਼ਾਹ ਨੇ ਸੱਜੂ ਝੌਰ ਦੇ ਛੀਟੀ ਐ ਰੱਖਤੀ, ਕਹਿੰਦੇ ਲੈ ਬਈ ਪੰਡਤ ਲਾਲ ਨੂੰ ਕਹਿੰਦੇ ਕਰ ਲਾ ਗੱਲ ਇਹਦੇ ਨਾਲ। ਗੂੰਗਾ ਤੇ ਬੋਲਾ ਬੰਦਾ ਹੋਵੇ ਤੇ ਉਹ ਸੰਸਕ੍ਰਿਤ ਬੋਲੇ, ਕਸ਼ਮਨ ਸ਼ਾਸਤਰ ਪ੍ਰਵਿੱਤ ਤੇ ਉਹ ਲਾਲ ਨਾਮੇ ਪੰਡਤ ਨੂੰ ਤਾਂ ਕਰੰਟ ਵੱਜਿਆ ਵੀ ਹੈ, ਮੈਂ ਤਾਂ ਆਪਦੇ ਨੇ ਗੂੰਗਾ ਬੋਲਾ ਫੜ ਕੇ ਲਿਆਇਆ ਸੀ। ਮਹਾਰਾਜ ਕਹਿੰਦੇ ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਕਈ ਕਹਿਣਗੇ ਨਿਆਣੇ ਸਾਡੇ ਪੜ੍ਹਾਈ ਨਹੀਂ ਕਰਦੇ, ਕਿਹੜਾ ਪਾਠ ਕਰੀਏ। ਸੰਤ ਕਰਤਾਰ ਸੋਹਣੀ ਕਹਿੰਦੇ ਭੂਰੇ ਕੋਨੇ ਪਿੰਡ ਸਾਡੇ ਪੰਡਤ ਸੀ ਇੱਕ, ਉਹਨੇ ਚੈਲੰਜ ਕਰਤਾ ਵੀ ਮੇਰੇ ਨਾਲ ਜਿਹੜਾ ਵੀ ਚਰਚਾ ਕਰੂ, ਜਿਹੜਾ ਮੈਨੂੰ ਹਰਾਊਗਾ ਮੈਂ ਉਹਨੂੰ ਮੰਨ ਜਾਊ। ਸੰਤ ਕਹਿੰਦੇ ਮੈਨੂੰ ਲੱਗੀ ਉਹ ਆ ਕੇ ਦਿਲ ਨੂੰ ਗੱਲ। ਉਦੋਂ ਕਹਿੰਦੇ ਮੈਂ ਪੜ੍ਹਦਾ ਹੁੰਦਾ ਸੀ, ਕਹਿੰਦੇ ਮੈਂ ਸਵੇਰੇ ਕੇਸੀ ਇਸ਼ਨਾਨ ਕਰਕੇ ਕੜਾਹ ਪ੍ਰਸ਼ਾਦ ਬਣਾ ਕੇ 25 ਚੌਪਈ ਸਾਹਿਬ ਦੇ ਪਾਠ ਕਰਕੇ ਉਹਨਾਂ ਚਰਚਾ ਕਰਨ ਗਿਆ। ਮੈਂ ਕਹਿੰਦੇ ਮੈਂ ਜਿੱਤ ਕੇ ਆਇਆ, ਸਾਰੇ ਇਲਾਕੇ 'ਚ ਧੁੰਮਾਂ ਪੈ ਗਈਆਂ। ਕਹਿੰਦੇ ਮੂੰਹ ਕੁਚਦਾ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰਾਉ ਸੁਣਾ ਜਾਓ, ਕਾਲ ਕਿਰਪਾ ਕਰਾਏ। ਬਾਣੀ 'ਚ ਬਹੁਤ ਕੁਛ ਹੈ। 10ਵੇਂ ਪਾਤਸ਼ਾਹ ਲਿਖਦੇ ਨੇ ਤੇਰੇ ਜੋਰ ਹੋਂ ਗੁੰਗਾ ਕਹਿਤ ਹੋਂ, ਤੇਰਾ ਸਦਕਾ ਤੇਰੀ ਸਰਨ। ਸਿੰਘ ਇਹਦਾ ਹੀ ਅਭਿਆਸ ਕਰੀ ਜਾਂਦੇ ਆ, ਕਹਿੰਦੇ ਇਹਦੇ ਨਾਲ ਹੀ ਵਿਦਿਆ ਆ ਜਾਂਦੀ, ਪੜ੍ਹਨ ਦੇ ਨਾਲ ਇੰਨੇ ਨਾਲ ਹੀ ਵਿਦਿਆ ਆ ਜਾਂਦੀ ਹੈ। ਮੈਂ ਸੰਤ ਕਰਤਾਰ ਸਿੰਘ ਜੀ ਖਾਲਸਾ ਦੀ ਸੇਵਾ ਜਦੋਂ ਹਾਜ਼ਰ ਸੀ, ਲਿੱਦੜ ਪਿੰਡ ਪੈਂਦਾ ਰਈਏ ਕੋਲੇ, ਉੱਥੇ ਅਸੀਂ ਕੋਠੇ ਦੇ ਉੱਤੇ ਮਹਾਂਪੁਰਖ ਇਸ਼ਨਾਨ ਕਰਕੇ ਪਰੇ ਨੂੰ ਮੁੱਖ ਕਰਕੇ ਪਲੰਘ ਤੇ ਬੈਠੇ ਪਾਠ ਕਰ ਰਹੇ। ਹੁਣ ਆਪਾਂ ਨਿਆਣੇ ਅਸੀਂ ਸੀ, ਉਦੋਂ ਛੋਟੇ ਸੀ। ਮੈਂ ਚੱਲ ਮਹਾਂਪੁਰਖ ਵੀ 5 ਬਾਣੀਆਂ ਪੜ੍ਹਦੇ ਹੋਣੇ, ਮੈਂ ਵੀ ਆਪਣੀਆਂ ਪੜ੍ਹ ਲੈਣਾ। ਮੈਂ ਪਰੇ ਕੋਠੇ ਤੇ ਘੁੰਮ ਕੇ 5 ਬਾਣੀਆਂ ਕਰੀ ਗਿਆ ਤੇ ਉਹ ਆਪਣੀਆਂ। ਜਦ ਮੈਂ ਨੇੜੇ ਜੇ ਗੇੜਾ ਲਾਇਆ ਤਾਂ ਸੰਤਾਂ ਨੇ ਬੜੀ ਸਪੀਡ ਤੇ ਪੰਕਤੀ ਪੜ੍ਹੀ, ਕਰਤੇ ਕਿਵੇਂ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ। ਮੈਂ ਕਹੇ ਮੈਂ ਸੋਚਿਆ ਨਹੀਂ 5 ਗ੍ਰੰਥੀ 5 ਬਾਣੀਆਂ ਪੜ੍ਹਦੇ ਤੇ ਦੱਖਣੀ ਓਂਕਾਰ ਪੜ੍ਹੀ ਜਾਂਦੇ ਆ। 5 ਗ੍ਰੰਥੀ ਸੰਤਾਂ ਨੂੰ ਕੰਠ ਸੀ ਸਾਰੀ। ਔਰ ਤੁਸੀਂ ਮੰਨੋਗੇ 1.5 ਘੰਟੇ ਵਿੱਚੋਂ 5 ਗ੍ਰੰਥੀ ਪੜ੍ਹ ਦਿੰਦੇ ਹੁੰਦੇ ਸੀ। 5 ਗ੍ਰੰਥੀ ਉਹ ਸੰਤ ਜਰਨੈਲ ਸਿੰਘ ਨੂੰ ਕੰਠ ਸੀਗੀ। ਸੰਤ ਇਸ਼ਨਾਨ ਤੋਂ ਪਹਿਲਾਂ ਹੀ 5 ਗ੍ਰੰਥੀ ਕਰਕੇ ਹੀ ਉੱਠ ਕੇ ਨਿਤਨੇਮ ਕਰਕੇ ਹੀ ਇਸ਼ਨਾਨ ਕਰਦੇ ਹੁੰਦੇ ਸੀ ਬਾਅਦ 'ਚ। ਮੈਂ ਕਿਹਾ ਰਾਤ ਮੈਂ ਇਕੱਠੇ ਪਏ ਸੀ ਇੱਕ ਕੰਬਲ 'ਚ, ਮੈਂ ਕਿਹਾ ਰਾਤ ਉਹ ਚਲੋ ਉਦੋਂ ਸਾਡੀਆਂ ਪੁਰਾਣੀਆਂ ਗੱਲਾਂ ਤੁਹਾਨੂੰ ਤਾਂ ਲੱਗੂਗਾ ਵੀ ਇਹ ਕੀ ਬੋਲਦੇ। ਮੈਂ ਰਾਤ ਕੀ ਹੋ ਰਿਹਾ ਸੀ, ਮੇਰੀ ਅੱਖ ਖੁੱਲੀ, ਤੁਸੀਂ ਕਤਰ ਕਤਰ ਫਟਾਫਟ ਲੱਗੇ ਹੋਏ ਸੀ, ਕੀ ਕਰਦੇ ਸੀ। ਸੰਤ ਕਹਿੰਦੇ ਮੈਂ 5 ਗ੍ਰੰਥੀ ਪੜ੍ਹ ਕੇ ਹੀ ਉੱਠਣਾ। ਕਹਿੰਦੇ ਫਿਰ 101 ਜਪਜੀ ਸਾਹਿਬ 150 ਦਾ ਕਰਦੇ ਹੋ ਬਾਅਦ 'ਚ, ਉਹ ਵੱਖਰਾ ਕਰੀਦਾ। 5 ਗ੍ਰੰਥੀ ਪਹਿਲਾਂ ਕਰ ਲਈਦੀ ਆ, 5 ਬਾਣੀਆਂ ਪੜ੍ਹ ਲਈਦੀਆਂ। ਸਹਿਜ ਪਾਠ ਜੇ ਤਾਂ ਹੋ ਗਿਆ, ਨਹੀਂ 4 ਦਿਨ ਵਿੱਚ 3 ਦਿਨ 'ਚ ਸਹਿਜ ਪਾਠ ਕਰ ਲੈਂਦੇ ਹੁੰਦੇ ਸੀ। ਉਹ ਸੰਗਰਾਂਦ ਨੂੰ ਭੋਗ ਪਾ ਦੇਣਾ। ਇੰਨੀ ਅਣਥੱਕ ਮਿਹਨਤ, ਇੰਨੀ ਬਾਣੀ ਪੜ੍ਹ ਕੇ ਕੋਈ ਸੰਤ ਜਰਨੈਲ ਸਿੰਘ ਬਣ ਸਕਦਾ। ਤੇ ਜੇ ਆਖੋ ਜੀ ਮੈਂ ਤਾਂ ਜਾਪ ਸਾਹਿਬ ਕੰਠ ਨਹੀਂ, ਮੇਰਾ ਤਾਂ ਰਹਿ ਰਾਸ ਵੀ ਰਹਿ ਗਈ, ਫੇਰ ਤੂੰ ਕੁਛ ਨਹੀਂ ਬਣ, ਫੇਰ ਤਾਂ ਉਹੀ ਜਕਾਰੇ ਛੱਡੀ ਜਾਂਦਾ ਤੂੰ, ਫਿਰ ਹੈ ਪੱਲੇ ਤੇਰੇ ਕੁਛ ਨਹੀਂ। ਜੋ ਕੁਝ ਹੈ ਉਹ ਨਿਤਨੇਮ ਦੇ ਅਧੀਨ ਹੈ। ਨਿਤਨੇਮ ਜਿਨ੍ਹਾਂ ਦਾ ਜ਼ਿਆਦੇ ਹੈ ਉਹਦੇ ਕੋਲ ਸਾਰਾ ਕੁਝ। ਜਾਂ ਤਾਂ ਦਿਹਾੜੀ ਦੀਆਂ ਕਥਾ ਕਰੋ, 4-4 ਪੰਥ ਲਈ ਕੁਛ ਕਰੋ। ਕਥਾ ਤੁਸੀਂ ਕਰਨੀ ਨਹੀਂ, ਕੀਰਤਨ ਤੁਸੀਂ ਕਰਨਾ ਨਹੀਂ, ਹੋਰ ਕਰਨਾ ਵੀ ਕੁਝ ਵੀ ਨਹੀਂ ਕਰਨਾ ਹੈ। ਐ ਥੋੜੀ ਵੀ ਵਧੀਆ ਦਸਤਾਰਾਂ ਬੰਨ ਲੀਆਂ ਤੇ ਵਧੀਆ ਕੱਪੜੇ ਪਾ ਕੇ ਤੇ ਜਕਾਰੇ ਛੱਡੀ ਗਏ। ਬਾਬਾ ਅਤਰ ਸਿੰਘ ਜੀ ਮਸਤਵਾਨ ਵਾਲੇ ਇੱਕ ਵਾਰੀ ਕਿ ਗੁਫਾ ਦੇ ਵਿੱਚ ਬਹਿ ਕੇ ਪੱਥਰ ਲਾ ਲਿਆ ਗੁਫਾ ਮੂਹਰੇ। ਕਹਿੰਦੇ ਮੈਂ ਉਰੇ ਦੇਖਦਾ ਮਹਾਰਾਜ ਰੋਟੀ ਕਿਵੇਂ ਦਿੰਦੇ ਆ। ਮਹਾਰਾਜ ਤਾਂ ਅੰਦਰ ਜਾ ਕੇ ਘੋੜੇ ਤੇ ਖੜ ਗਏ, ਬਾਟਾ ਲੋਹੇ ਦਾ ਹੱਥ 'ਚ, ਆ ਲੈ ਭਾਈ ਅਤਰ ਸਿੰਘ ਪ੍ਰਸ਼ਾਦ ਛਕ ਲਾ।
ਮਹਾਰਾਜ ਨੇ ਇਹ ਵੀ ਕਿਹਾ ਵੀ ਤੂੰ ਸਾਡੀਆਂ ਪਰਖਾਂ ਲੈਂਦਾ। ਅਸੀਂ ਤਾਂ 84 ਲੱਖ ਜੂਨ ਨੂੰ ਰੋਟੀ ਦਿੰਦੇ ਆ, ਪੱਥਰ ਦੇ ਵਿੱਚ ਵੀ ਦਿੰਦੇ ਆ। ਜਿਸ ਪੱਥਰ ਦੇ ਵਿੱਚ ਕੋਈ ਰਾਹ ਹੀ ਨਹੀਂ ਹੈ, ਮੈਂ ਤਾਂ ਉਹ ਜੀਵ ਨੂੰ ਵੀ ਰੋਟੀ ਦੇ, ਤੈਨੂੰ ਕੀ ਹੋ ਗਿਆ ਵੀ ਮੈਂ ਰੋਟੀ ਨਹੀਂ ਦੇ ਸਕਦਾ ਤੈਨੂੰ? ਫਿਰ ਬਾਬਾ ਜੀ ਕਹਿੰਦੇ ਅਸੀਂ ਫਿਰ ਮਾਫੀ ਮੰਗੀ ਇਸ ਗੱਲ ਦੀ। ਦੂਜੀ ਘਟਨਾ ਹੋਈ ਬਾਬਾ ਜੀ ਕੋਮਰੀ ਦੇ ਇਲਾਕੇ, ਜਦੋਂ ਪਾਕਿਸਤਾਨ ਦੇ ਵਿੱਚ, ਉਦੋਂ ਤਾਂ ਬਣਿਆ ਨਹੀਂ ਸੀ ਪਾਕਿਸਤਾਨ, ਉਹਨਾਂ ਸਮੇਂ ਦੀ ਗੱਲ ਹੈ। ਉਹ ਤਾਂ 1866 ਚ ਜਨਮ ਹੋਇਆ ਸੀ ਉਹਨਾਂ ਦਾ, 1927 ਦੇ ਵਿੱਚ ਉਹ ਗਏ ਨੇ। ਇਹ ਤਾਂ 47 ਚ ਬਣਿਆ ਪਾਕਿਸਤਾਨ। ਤਾਂ ਕੋਮਰੀ ਦੇ ਇਲਾਕੇ 'ਚ ਪਹਾੜੀ ਇਲਾਕਾ ਬਹੁਤ ਹੀ ਸੁੰਦਰ ਹੈ। ਬਾਬਾ ਜੀ ਪਹਾੜੀਆਂ ਚੜ੍ਹ ਕੇ ਇਹੋ ਜਿਹੇ ਇਕਾਂਤ ਵਾਸਤੇ ਚਲੇ ਗਏ। ਕਹਿੰਦੇ ਵੀ ਆਹ ਬੜੀ ਬੰਦਗੀ ਵਾਲਾ ਥਾਂ, ਇੱਥੇ ਬਹਿਨੇ ਆ, ਪਾਣੀ ਕੋਲ ਝਰਨਾ ਚੱਲਦਾ, ਤੇ ਇੱਕ ਨਾਲ ਬਰਤਨ ਜੇ ਇੱਕ ਦੋ ਲੈ ਲੈ, ਵੀ ਲੂਣ ਲੈ ਲਿਆ ਆਪਾਂ, ਵੀ ਪੱਤੇ ਉਬਾਲ ਕੇ ਆਪਾਂ ਖਾ ਲਿਆ ਕਰਾਂਗੇ, ਆਦਾ ਪਾਣੀ ਪੀਣ ਨੂੰ ਹੈਗਾ, ਨਹਾਉਣ ਨੂੰ ਹੈਗਾ, ਹੋਰ ਕੀ ਚਾਹੀਦਾ। ਬਾਬਾ ਜੀ ਸਮਾਧੀ ਲਾ ਕੇ ਬਹਿ ਗਏ, ਬੰਦਗੀ ਬਹੁਤ ਕਰਦੇ। 3 ਦਿਨ ਤੱਕ ਬਾਬਾ ਜੀ ਨੇ ਨੇਤਰ ਹੀ ਨਹੀਂ ਖੋਲੇ, 3 ਦਿਨ ਤੱਕ ਸਮਾਧੀ ਲੱਗੀ ਰਹੀ। ਜਾ ਕੇ ਚੌਥੇ ਕੁ ਦਿਨ ਨੇਤਰ ਐ ਖੋਲੇ, ਸਾਹਮਣੇ ਇੱਕ ਮਾਤਾ ਬੈਠੀ ਆ ਬਜ਼ੁਰਗ, ਉਹਨੇ ਐ ਰੋਟੀ ਫੜੀ ਹੋਈ ਆ, ਪੂਣੇ ਦੇ ਵਿੱਚ ਰੋਟੀ, 2 ਮੱਕੀ ਦੀਆਂ ਰੋਟੀਆਂ ਉੱਤੇ ਸਾਗ ਰੱਖਿਆ। ਬਾਬਾ ਜੀ ਦੇ ਕੇ ਮੁਸਕਰਾਏ, ਮਾਤਾ ਜੀ ਇੱਥੇ ਤਾਂ ਆਲੇ ਦੁਆਲੇ ਕੋਈ ਪਿੰਡ ਨਹੀਂ, ਕੋਈ ਘਰ ਨਹੀਂ, ਤੁਸੀਂ ਕਿੱਥੋਂ ਆਏ ਰੋਟੀ ਲੈ ਕੇ? ਕਹਿੰਦੀ ਉਹ ਪਹਾੜੀ ਦੇ ਟਿੱਲੇ ਤੇ ਮੈਂ ਇਕੱਲੀ ਦਾ ਹੀ ਘਰ ਆ, ਉੱਥੇ ਮੈਂ ਝੌਂਪੜੀ 'ਚ ਰਹਿੰਦੀ ਆ, ਪਾਣੀ ਮੈਂ ਇੱਥੋਂ ਲੈ ਕੇ ਜਾਂਦੀ ਆ। ਮੈਂ ਕੱਲ ਵੀ ਆਈ, ਪਰਸੋਂ ਵੀ ਆਈ, ਚੌਥੇ ਵੀ ਆਈ। ਮੈਂ ਸੋਚਿਆ ਵੀ ਮਹਾਂਪੁਰਖ ਬੰਦਗੀ ਕਰਦੇ, ਵੀ ਉਰੇ ਰੋਟੀ ਦਾ ਤਾਂ ਇੰਤਜ਼ਾਮ ਹੈ। ਕਹਿੰਦੇ ਮੈਂ ਅੱਜ ਬਣਾ ਕੇ ਲਿਆਈ, ਮੈਂ ਰੋਜ਼ ਬਹਿ ਕੇ ਵੈਸੇ ਮੁੜ ਜਾਂਦੀ ਆ, ਵੀ ਉੱਠਣਗੇ ਰੋਟੀ ਖਾਣਗੇ, ਕਹਿੰਦੇ ਵੀ ਤੁਸੀਂ ਅੱਖ ਖੋਲੀ ਨਹੀਂ, ਮੈਂ ਤੁਹਾਨੂੰ ਹਿਲਾਇਆ ਨਹੀਂ। ਕਹਿੰਦੇ ਪ੍ਰਸ਼ਾਦਾ ਛਕ ਲੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਅੱਜ ਇੱਕ ਤਸੱਲੀ ਤਾਂ ਹੋ ਗਈ ਆ। ਬਾਬਾ ਜੀ ਕਹਿੰਦੇ ਬਈ ਰੋਜੀ ਆਪੇ ਚੱਲ ਕੇ ਆ ਜਾਂਦੀ ਬੰਦੇ ਕੋਲੇ, ਰੋਟੀ ਆਪੇ ਆ ਜਾਂਦੀ। ਕਹਿੰਦੇ ਇਹ ਕੁਦਰਤ ਵੱਲੋਂ ਹੀ ਆ। ਜਿਹਦੇ ਭਾਗਾਂ 'ਚ ਭੁੱਖ ਲਿਖੀ ਆ, ਉਹਨੂੰ ਚਾਹੇ ਕਿੰਨਾ ਹੀ ਅਮੀਰ ਹੋਵੇ। ਆ ਫੋਰਡ ਏਜੰਸੀ ਦਾ ਮਾਲਕ ਸੀ ਜਿਹੜਾ ਅਮਰੀਕਾ ਦੇ ਵਿੱਚ, ਉਹਨੂੰ ਨੀਂਦ ਨਾ ਸੀ ਆਉਂਦੀ, ਉਹ ਡਾਕਟਰ ਟੀਕੇ ਲਾ ਕੇ ਸਵਾਉਂਦੇ ਸੀ। ਉਹਨੇ ਇਹੀ ਗੱਲ ਕਹੀ ਸੀ, ਜੇ ਕੋਈ ਮੈਨੂੰ ਕੁਦਰਤੀ ਨੀਂਦ ਲਿਆ ਦੇਵੇ, ਮੂੰਹ ਮੰਗਵਾ ਪੈਸਾ ਦਊਂਗਾ ਉਹਨੂੰ ਮੈਂ। ਕਹਿੰਦਾ ਮੈਥੋਂ ਜੋ ਮਰਜ਼ੀ ਲੈ ਲੈ, ਇੰਨੇ ਪੈਸੇ ਵਾਲਾ ਬੰਦਾ ਸੀ ਉਹ। ਇਸ ਕਰਕੇ ਸਾਧ ਸੰਗਤ ਜੀ, ਬੜੇ ਬੜੇ ਅਮੀਰ ਲੋਕ ਆ, ਬੜੇ ਬੜੇ ਅਫਸਰ ਸਾਨੂੰ ਮਿਲਦੇ ਆ, ਕਹਿੰਦੇ ਗਿਆਨੀ ਜੀ ਬਸ ਡਾਕਟਰ ਨੇ ਕਿਹਾ ਵੀ ਬਾਂਸਾਂ ਦਾ ਮੰਜਾ ਬਣਾ, ਤੇ ਹਲਦੀ ਤੇ ਲੂਣ ਵਾਲੀ ਦਾਲ ਬਣਾ, ਖੁਸ਼ਕ ਫੁਲਕਾ ਇੱਕ ਖਾਣਾ 24 ਘੰਟੇ 'ਚ, ਬਿਮਾਰੀ ਇਹ ਜੀ ਲੱਗੀ। ਮੈਂ ਕਿਹਾ ਵੈਸੇ ਇਹੀ ਆ ਜਦੋਂ ਹੁਣ ਗਲਤ ਕੰਮ ਕੀਤੇ ਨੇ। ਬਈ ਅਮੀਰ ਤੋਂ ਅਮੀਰ ਬੰਦਾ ਉਹ ਜੀ ਰੋਟੀ ਨਹੀਂ ਰੱਜਵੀਂ ਖਾਂਦਾ ਜਿੰਨੀ ਤੁਸੀਂ ਖਾਂਦੇ ਹੋ। ਰੱਜਵੀਂ ਰੋਟੀ ਮਿਲੇ, ਰੱਜਵੀਂ ਨੀਂਦ ਆ ਜੇ, ਉਹਦੇ ਵਰਗਾ ਕੋਈ ਅਮੀਰ ਨਹੀਂ ਹੁੰਦਾ। ਬਾ ਗੱਲ ਪੈਸਿਆਂ ਦੀ, ਪੈਸੇ ਤਾਂ ਪਿੱਛੇ ਜਾਓ। ਆ ਜਿਹੜਾ ਹੈਗਾ ਇੱਕ ਬੰਦਾ ਜਿਹੜਾ ਸਾਰੇ ਨੈਟ ਨੁੱਟ 'ਚ ਚੱਲਦੇ ਆ, ਉਹਦੇ ਗੂਗਲ ਜਿਹਦੀ ਸੀਗੀ ਉਹ ਚੜਾਈ ਕਰ ਗਿਆ, ਉਹ ਲਿਖ ਕੇ ਗਿਆ, ਕਹਿੰਦਾ ਮੈਂ ਦੇਖੋ ਇੰਨਾ ਮੇਰੇ ਕੋਲ ਪੈਸਾ, ਇੰਨਾ ਪੈਸਾ ਹੈ, ਪਰ ਫਿਰ ਵੀ ਮੈਂ ਭੁੱਖਾ ਹੀ ਮਰਦਾ ਗਿਆ, ਮੈਂ ਖਾ ਨਹੀਂ ਸਕਿਆ ਕੁਛ। ਮੈਂ ਕਹਿੰਦਾ ਵੀ ਕਹਿੰਦੇ ਤੁਸੀਂ ਚੰਗੇ ਹੋ ਜਿਹੜੇ ਖਾ ਪੀ ਤਾਂ ਲੈਂਦੇ। ਇਸ ਕਰਕੇ ਆ ਵੀ ਆਪਾਂ ਦੇਖੋ ਪ੍ਰਮਾਤਮਾ ਨੇ ਹੱਥ ਪੈਰ ਅੱਖ ਹਰੇਕ ਅੰਗ ਪ੍ਰਤੰਗ ਕਿੰਨੇ ਵਧੀਆ ਦਿੱਤੇ, ਪਰ ਤੁਸੀਂ ਫੇਰ ਵੀ ਤੁਹਾਡੇ ਤੇ ਕੋਈ ਅਸਰ ਨਹੀਂ ਹੁੰਦਾ। ਕਿਰਤ ਘਣਤਾ ਜ਼ਿਆਦੇ ਆ ਗਈ, ਪ੍ਰਚਾਰ ਨਹੀਂ ਹੋਇਆ। ਸਿੱਖੀ ਦਾ ਪ੍ਰਚਾਰ ਹੁੰਦਾ, ਹੌਲੀ ਹੌਲੀ ਸਭ ਭੁੱਲ ਜਾਂਦੇ ਵੀ 4 ਸਾਹਿਬਜ਼ਾਦੇ ਕੌਣ ਸੀ, ਮਾਤਾਵਾਂ ਨੇ ਕਿੰਨਾ ਦੁੱਖ ਕੱਟਿਆ ਸਾਡੀਆਂ ਨੇ, ਗੁਰੂ ਅਰਜਨ ਦੇਵ ਜੀ ਕਿਵੇਂ ਸ਼ਹੀਦ ਹੋਏ, 6ਵੇਂ ਪਾਤਸ਼ਾਹ ਨੇ ਕਿੰਨੇ ਜੰਗ ਕੀਤੇ, 10ਵੇਂ ਪਾਤਸ਼ਾਹ ਨੇ
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਭੁੱਲ ਗਈਆਂ। ਕਸ਼ਟ ਦੇ ਵੇਲੇ ਤਾਂ ਤੁਸੀਂ ਸਭ ਨੂੰ ਯਾਦ ਆਉਂਦਾ ਰੱਬ, ਇਸ ਕਰਕੇ ਵੀ ਉਹ ਪਿਛਲਾ ਤੁਸੀਂ ਖਾ ਰਹੇ ਹੋ ਆਪਣਾ ਬੀਜਿਆ। ਇੱਕ ਕੋਈ ਮਹਾਤਮਾ ਕਿਸੇ ਦੇ ਘਰ ਗਏ, ਕਹਿੰਦੇ ਬੈਠੇ ਬੈਠੇ ਕਹਿੰਦੇ ਤੁਹਾਡਾ ਬਜ਼ੁਰਗ ਤਾਂ ਤਾਜ਼ਾ ਹੀ ਖਾਂਦਾ। ਬਾਕੀ ਭਾਈ ਜਿਹੜਾ ਮੁੰਡਾ ਸੀ ਉਹਨੂੰ ਕਹਿੰਦੇ ਉਹ ਤੂੰ ਤਾਂ ਬੇਹਾ ਹੀ ਖਾਂਦਾ ਰੋਜ਼। ਕਹੇ ਨਹੀਂ ਮਹਾਰਾਜ ਮੈਂ ਤਾਂ ਬੇਹੀ ਰੋਟੀ ਉਹੀ ਨਹੀਂ ਖਾਂਦਾ, ਆ ਤੱਤੀ ਰੋਟੀ ਮੈਂ ਤਾਂ ਕਿਵੇਂ ਤਵੇ ਤੋਂ ਲੈਂਦੀ ਆਵੇ, ਚਾਹ ਐ ਵਧੀਆ ਕੜਕ ਆਵੇ, ਮੈਂ ਤਾਂ ਖਾਂਦਾ ਹੀ ਨਹੀਂ ਬੇਹੀ। ਕਹਿੰਦੇ ਤੂੰ ਕਾਕਾ ਮੇਰੀ ਗੱਲ ਨਹੀਂ ਸਮਝਿਆ, ਤੇਰਾ ਬਜ਼ੁਰਗ ਹੁਣ ਵੀ ਤੜਕੇ ਉੱਠ ਜਾਂਦਾ 2 ਵਜੇ, ਕਮਾਈ ਕਰਦਾ, ਇਹ ਹੁੰਦੀ ਆ ਫਰੈਸ਼ ਕਮਾਈ ਖਾਂਦਾ, ਤਾਜ਼ੀ ਕਮਾਈ ਖਾਂਦਾ। ਤੂੰ ਕਮਾਈ ਕਰਦਾ ਹੀ ਨਹੀਂ, ਤੂੰ ਜਿਹੜੇ ਪਿਛਲੇ ਜਨਮ ਵਿੱਚ ਮਾੜੇ ਮੋਟੇ ਪੁੰਨ ਜੋੜੇ ਹੋਏ ਨੇ ਉਹ ਹੀ ਖਾਈ ਜਾਂਦਾ। ਇਹ ਤੇਰੇ ਕੋਲ ਮੁੱਕ ਜਾਣੇ ਆ, ਮੁੜ ਕੇ ਤੂੰ ਡਿੱਗ ਪੈਣਾ ਥੱਲੇ, ਕੋਈ ਕੀੜਾ ਕੂੜਾ ਬਣ ਜਾਏਗਾ ਮਰ ਕੇ। ਫਿਰ ਤੂੰ ਇਹਨਾਂ ਚੀਜ਼ਾਂ ਬਾਰੇ ਕੋਈ ਬੰਦਾ ਨਹੀਂ ਸੋਚਦਾ ਵੀ ਸਾਡੀ ਕਲਿਆਣ ਕਿਵੇਂ ਹੋਵੇ, ਸਾਡੀ ਮੁਕਤੀ ਕਿਵੇਂ ਹੋਵੇ। ਗੁਰਾਂ ਨੇ ਸਾਨੂੰ ਆਹ ਸਰੀਰ ਰੂਪੀ ਖੇਤ ਦਿੱਤਾ, ਇਹਦੇ ਲਈ ਹੁਕਮ ਕੀਤਾ ਕਰਮ ਭੂਮੈ ਬੋਵੋ ਨਾਮ। ਕਰਮਾਂ ਦੀ ਭੂਮੀ ਆ ਸਰੀਰ, ਇਹ ਤੇ ਜਿਹਾ ਜਿਹਾ ਕਰਮ ਕਰੋਗੇ ਉਹੋ ਜਿਹਾ ਮਿਲੂਗਾ ਤੁਹਾਨੂੰ।